जी आए नूं प्यारे विद्यार्थियों। पंजाब स्टेट एजुकेशन बोर्ड की 9th क्लास की इंग्लिश की किताब इंग्लिश मेन कोर्स बुक उसका लैसन नंबर 2 प्लांट्स आल्सो ब्रीथ एंड फील अर्थात पौधे भी साह लेंदे हन ਅਤੇ महसूस करते हैं। इस लैसन का पार्ट 1 ਅਸੀਂ कर चुके हाँ। ਹੁਣ पार्ट 2 अर्थात ਉਹਦਾ अगला हिस्सा इस वीडियो ਵਿੱਚ ਅਸੀਂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਲੈਸਨ ਨੂੰ ਪੜ੍ਹਿਆ ਜਾਏਗਾ, ਸਮਝਿਆ ਜਾਏਗਾ ਤੇ ਉਹਦਾ ਤਰਜਮਾ ਕੀਤਾ ਜਾਏਗਾ। ਇੱਕ ਇੱਕ ਸ਼ਬਦ ਦੇ ਸ਼ਬਦ ਜੋੜਾਂ ਦੇ ਅਰਥ ਕੀਤੇ ਜਾਣਗੇ ਤੇ ਸਮਝਾਏ ਜਾਣਗੇ। ਸੋ ਤੁਸੀਂ ਸਾਰੇ ਆਪਣੀ ਨੋਟਬੁੱਕ ਅਤੇ ਪੈਨ ਲੈ ਲਓ ਤੇ ਜਿਹੜੇ ਜਿਹੜੇ ਸ਼ਬਦ ਨਵੇਂ ਆਣਗੇ ਜਾਂ ਸ਼ਬਦ ਜੋੜ ਆਣਗੇ, ਮੁਹਾਵਰੇ ਆਣਗੇ, ਉਹਨਾਂ ਦੇ ਅਰਥਾਂ ਨੂੰ ਤੁਸੀਂ ਨਾਲ ਦੇ ਨਾਲ ਲਿਖਦੇ ਜਾਣਾ ਹੈ। ਇਸੇ ਚੈਨਲ ਦੇ ਉੱਤੇ ਤੁਹਾਡੀ 9th ਕਲਾਸ ਦੀ ਮੈਥ ਦੀ ਬੁੱਕ ਜਿਹੜੀ ਹੈ ਉਹਦੇ ਸਾਰੇ ਸਵਾਲ ਹੱਲ ਕਰਕੇ ਪਾ ਦਿੱਤੇ ਗਏ ਹਨ। ਸੋ ਚੈਨਲ ਤੇ ਜਾ ਕੇ 9th ਮੈਥ ਪਲੇਲਿਸਟ ਦੇਖੋ ਤੇ ਕਿਸੇ ਵੀ ਐਕਸਰਸਾਈਜ਼ ਦਾ ਕੋਈ ਸਵਾਲ ਤੁਹਾਨੂੰ ਨਹੀਂ ਆਉਂਦਾ ਤੇ ਤੁਸੀਂ ਉਹ ਦੇਖ ਸਕਦੇ ਹੋ। ਇੱਕ ਹੋਰ ਪਲੇਲਿਸਟ ਹੈ 9th ਮੈਥ ਨੋਟਸ, ਜਿਹਦੇ ਵਿੱਚ ਇੰਪੋਰਟੈਂਟ ਡੈਫੀਨੇਸ਼ਨਸ ਮੈਥਮੈਟੀਕਲ ਟਰਮਸ ਦੀਆਂ ਜਾਂ ਕਨਸੈਪਟਸ ਸਿਧਾਂਤ ਸਮਝਾਏ ਗਏ ਨੇ। ਉਹ ਵੀਡੀਓਜ਼ ਨੂੰ ਦੇਖਣ ਸੁਣਨ ਤੋਂ ਬਾਅਦ ਤੁਹਾਨੂੰ ਸਵਾਲ ਕਰਨੇ ਬੜੇ ਸੌਖੇ ਜਾਪਣਗੇ। ਤੇ ਇੱਕ ਪਲੇਲਿਸਟ ਹੋਰ ਹੈ 9th ਸਾਇੰਸ, ਜਿਹਦੇ ਵਿੱਚ ਤੁਹਾਡੀ ਸਾਇੰਸ ਦੀ ਕਿਤਾਬ ਜੋ ਵਿਗਿਆਨ ਦੀ ਕਿਤਾਬ ਹੈ ਉਹਦੇ ਚੈਪਟਰਸ ਨੂੰ ਸਮਝਾ ਕੇ ਨੋਟਸ ਬਣਾ ਕੇ ਪੇਸ਼ ਕੀਤਾ ਗਿਆ ਤੇ ਉਹਦੇ ਅੰਦਰਲੇ ਜਿਹੜੇ ਇਨਟੈਕਸਟ ਕੁਐਸਚਨਸ ਤੇ ਜਿਹੜੇ ਐਕਸਰਸਾਈਜ਼ਸ ਹੈਗੀਆਂ ਐਂਡ ਵਿੱਚ ਉਹ ਵੀ ਕਰਕੇ ਪਾਈ ਜਾ ਰਹੀਆਂ ਹਨ। 4 ਚੈਪਟਰ ਹੋ ਚੁੱਕੇ ਨੇ, ਬਾਕੀ ਚੈਪਟਰ ਵੀ ਨਾਲ ਦੇ ਨਾਲ ਕੀਤੇ ਜਾਣਗੇ। ਸੋ ਤੁਸੀਂ ਉਹਨਾਂ ਦਾ ਲਾਹਾ ਵੀ ਲੈ ਸਕਦੇ ਹੋ। ਇਫ ਯੂ ਹੈਵ ਨਾਟ ਸਬਸਕ੍ਰਾਈਬ ਟੂ ਦਿਸ ਚੈਨਲ, ਡੂ ਸਬਸਕ੍ਰਾਈਬ ਟੂ ਦਿਸ ਚੈਨਲ, ਤਾਂ ਕਿ ਅਗਲੇ ਵੀਡੀਓਜ਼ ਦਾ ਤੁਹਾਨੂੰ ਪਤਾ ਲੱਗਦਾ ਰਹੇਗਾ ਆਪਣੇ ਆਪ, ਤੇ ਵੀਡੀਓਜ਼ ਨੂੰ ਆਪਣੇ ਫਰੈਂਡਸ ਨਾਲ, ਆਪਣੇ ਕਲਾਸਮੇਟਸ ਦੇ ਨਾਲ, ਹਮ ਜਮਾਤੀਆਂ ਦੇ ਨਾਲ ਤੁਸੀਂ ਸ਼ੇਅਰ ਵੀ ਕਰਿਆ ਕਰੋ। ਸੋ ਆਓ ਸ਼ੁਰੂ ਕਰੀਏ। ਸੋ ਅੱਗੇ ਲੈਸਨ ਇਸ ਦਾ ਕੰਟੀਨਿਊ ਹੋ ਰਿਹਾ। ਹੀ ਹੈਡ ਨੋਟਿਸਡ, ਉਹਨੇ ਗੌਰ ਕੀਤਾ, that his wireless receiver ਹੁੰਦਾ ਬੱਚਿਓ ਜਿਹਦਾ ਰੇਡੀਓ ਹੁੰਦਾ ਹੈ, ਬੇਤਾਰ ਰਿਸੀਵਰ ਹੈ ਨਾ, ਰੇਡੀਓ ਟਾਈਪ, showed ਦਿਖਾਉਂਦਾ ਸੀ, signs ਸੰਕੇਤ, tiredness ਥਕੇਵਾਂ, after it had been in use ਵਰਤੋਂ ਤੋਂ ਬਾਅਦ, for some time ਕੁਝ ਸਮੇਂ ਦੇ ਬਾਅਦ, but in some strange way ਪਰ ਕਿਸੇ ਇੱਕ ਅਨੋਖੇ ਢੰਗ ਦੇ ਨਾਲ, got back ਹੁੰਦਾ, get back ਹੁੰਦਾ ਪ੍ਰਾਪਤ ਕਰਨਾ, ਵਾਪਸ। ਸੋ got back ਪ੍ਰਾਪਤ ਕਰਦਾ ਸੀ its power ਤਾਕਤ, ਆਫਟਰ ਬੀਇੰਗ ਰੈਸਟਡ ਆਰਾਮ ਕਰਨ ਤੋਂ ਬਾਅਦ। ਇਹਦਾ ਮਤਲਬ ਕੀ ਹੋਇਆ? ਉਸਨੇ ਇਹ ਗੌਰ ਕੀਤਾ ਕਿ ਉਸਦਾ ਬੇਤਾਰ ਰਿਸੀਵਰ, ਬੇਤਾਰ ਮੈਨੇ ਤਾਰ ਤੋਂ ਬਿਨਾ, ਵਾਇਰਲੈਸ ਰਿਸੀਵਰ, ਕੁਝ ਸਮੇਂ ਦੀ ਵਰਤੋਂ ਮਗਰੋਂ, ਬੀਨ ਇਨ ਯੂਜ਼ ਫॉर ਸਮ ਟਾਈਮ, ਥਕੇਵੇਂ ਦੇ ਸੰਕੇਤ ਦਿਖਾਵੇ, ਸ਼ੋਡ ਸਾਈਨਸ ਆਫ ਟਾਇਰਡਨੈਸ, ਅਤੇ ਕਿਸੇ ਅਨੋਖੇ ਢੰਗ ਨਾਲ, ਇਨ ਸਮ ਸਟ੍ਰੇਂਜ ਵੇ, ਆਰਾਮ ਕਰਨ ਮਗਰੋਂ ਮੁੜ ਤਰੋ ਤਾਜ਼ਾ ਹੋ ਜਾਵੇ, got back its power। ਠੀਕ ਹੈ, ਕਹਿੰਦੇ here was food for thought। food for thought ਦਾ ਮਤਲਬ ਹੁੰਦਾ ਬੱਚਿਓ ਗੰਭੀਰ ਸੋਚ ਦਾ ਵਿਸ਼ਾ। ਇਹ ਮੁਹਾਵਰਾ ਲਿਖ ਲਵੋ। food for thought ਹੁੰਦਾ ਹੈ ਕੋਈ ਗੱਲ ਜਿਹੜੀ ਗੰਭੀਰਤਾ ਬਾਰੇ ਸੋਚਣ ਲਈ ਮਜਬੂਰ ਕਰੇ, ਉਹਨੂੰ ਅਸੀਂ ਕਹਿ ਦਿੰਦੇ ਹਾਂ food for thought। ਠੀਕ ਹੈ, the kind of thought ਉਹ ਹੈ ਉਸ ਕਿਸਮ ਦੀ thought from which great discoveries come, ਜਿਹਦੇ ਚੋਂ ਮਹਾਨ ਖੋਜਾਂ ਜਨਮ ਲੈਂਦੀਆਂ ਨੇ। ਸੋ ਇਹਦਾ ਮਤਲਬ ਕੀ ਹੋਇਆ? ਇਹ ਇੱਕ ਗੰਭੀਰ ਸੋਚ ਦਾ ਵਿਸ਼ਾ ਸੀ ਕਿ ਉਹਦਾ ਜਿਹੜਾ ਵਾਇਰਲੈਸ ਰਿਸੀਵਰ ਹੈ ਉਹ ਵਰਤਣ ਤੋਂ ਬਾਅਦ ਥੱਕ ਜਾਂਦਾ ਸੀ ਤੇ ਬਾਅਦ ਚੋਂ ਕੀ ਹੁੰਦਾ ਸੀ, ਆਰਾਮ ਕਰਨ ਤੋਂ ਬਾਅਦ ਮੁੜ ਕੇ ਫਿਰ ਫਰੈਸ਼ ਹੋ ਜਾਂਦਾ ਸੀ, ਜਿਵੇਂ ਕਿ ਜੀਵ ਜੰਤ ਹੁੰਦੇ ਨੇ। ਹੁਣ ਵਾਇਰਲੈਸ ਦੇ ਵਿੱਚੋਂ ਵਾਇਰਲੈਸ ਰਿਸੀਵਰ ਤੇ ਕੋਈ ਬੇਜਾਨ ਜੰਤਰ ਹੈਗਾ, ਠੀਕ ਹੈ ਨਾ, ਰੇਡੀਓ ਟਾਈਪ ਜਿਹੜਾ ਹੈਗਾ। ਤੇ ਉਹਨੇ ਇਹ ਗੱਲ ਨੋਟ ਕੀਤੀ, ਕਹਿੰਦੇ ਇਹ ਗੰਭੀਰ ਸੋਚ ਦਾ ਵਿਸ਼ਾ ਸੀ, ਉਸ ਕਿਸਮ ਦੀ ਸੋਚ ਜਿਸ ਵਿੱਚੋਂ ਮਹਾਨ ਖੋਜਾਂ ਜਨਮ ਲੈਂਦੀਆਂ ਹਨ। ਅਰਥਾਤ ਜਦੋਂ ਤਾਈਂ ਅਸੀਂ ਕਿਸੇ ਵਿਸ਼ੇ ਬਾਰੇ ਗੰਭੀਰਤਾ ਦੇ ਨਾਲ ਨਾ ਸੋਚੀਏ, ਨਾ ਵਿਚਾਰੀਏ, ਡੂੰਘਾਈ ਤੱਕ ਨਾ ਜਾਈਏ, ਤਦੋਂ ਤਾਈਂ ਅਸੀਂ ਕੋਈ ਨਵੀਂ ਪ੍ਰਾਪਤੀ, ਨਵੀਂ ਖੋਜ, ਨਵੀਂ ਲੱਭਤ ਨਹੀਂ ਕਰ ਸਕਦੇ। ਕਹਿੰਦੇ until the end of the middle ages, middle ages ਹੁੰਦਾ ਬੱਚੇ ਮੱਧ ਯੁੱਗ, until the end of the middle ages ਮੱਧ ਯੁੱਗ ਦੇ ਅੰਤ ਤੱਕ, the world was looked on, ਦੁਨੀਆ ਨੂੰ ਦੇਖਿਆ ਜਾਂਦਾ ਸੀ, as one beautiful unity, ਇੱਕ ਸੋਹਣੀ ਇਕਾਈ ਵਜੋਂ, created by God, ਰੱਬ ਵੱਲੋਂ ਬਣਾਈ ਗਈ। ਮੱਧ ਯੁੱਗ ਦੇ ਅੰਤ ਤੱਕ ਦੁਨੀਆ ਨੂੰ ਰੱਬ ਵੱਲੋਂ ਬਣਾਈ ਇੱਕ ਸੋਹਣੀ ਇਕਾਈ ਵਜੋਂ ਦੇਖਿਆ ਜਾਂਦਾ ਸੀ। Man believed, ਮਨੁੱਖ ਵਿਸ਼ਵਾਸ ਕਰਦਾ ਸੀ, ਸੋਚਦਾ ਸੀ, that ਕਿ everything in the world, ਦੁਨੀਆ ਵਿੱਚ ਹਰ ਚੀਜ਼, from man to rocks and stones, ਆਦਮੀ ਤੋਂ ਲੈ ਕੇ ਪਹਾੜੀਆਂ ਅਤੇ ਪੱਥਰਾਂ ਤੱਕ, had its place and purpose, ਹਰ ਚੀਜ਼ ਦਾ, ਹਰ ਵਸਤੂ ਦਾ ਕੋਈ ਮਕਸਦ ਹੈ ਤੇ ਉਹਦੀ ਕੋਈ ਥਾਂ ਹੈ।
ਮਨੁੱਖ ਸੋਚਦਾ ਸੀ ਕਿ ਦੁਨੀਆ ਦੀ ਹਰ ਚੀਜ਼ ਇਨਸਾਨ ਤੋਂ ਲੈ ਕੇ ਪਹਾੜੀਆਂ ਅਤੇ ਪੱਥਰ ਤੱਕ ਆਪਣੀ ਥਾਂ ਅਤੇ ਮਕਸਦ ਰੱਖਦੀ ਸੀ। ਫਿਰ ਕਹਿੰਦੇ ਦੀ ਡਿਸਕਵਰੀਜ਼ ਆਫ ਗੈਲੀਲੀਓ। ਹੁਣ ਗੈਲੀਲੀਓ ਵਿੱਚੋਂ ਸਾਇੰਸਦਾਨ ਸੀ ਜਿਹਨੇ ਇਹ ਗੱਲ ਪਤਾ ਕਰਕੇ ਦੱਸੀ ਕਿ ਸੂਰਜ ਦੇ ਇਰਦ ਗਿਰਦ ਧਰਤੀ ਘੁੰਮਦੀ ਹੈ, ਧਰਤੀ ਸੂਰਜ ਦੇ ਇਰਦ ਗਿਰਦ ਘੁੰਮਦੀ ਹੈ, ਸੂਰਜ ਧਰਤੀ ਦੇ ਇਰਦ ਗਿਰਦ ਨਹੀਂ ਘੁੰਮਦਾ। ਇੱਕ ਸਮੇਂ ਵਿੱਚ ਬੱਚੋ ਗੈਲੀਲੀਓ ਤੋਂ ਪਹਿਲਾਂ ਸਾਰਾ ਯੂਰਪ ਜਿਹੜਾ ਸੀਗਾ, ਸਾਰੇ ਅੰਗਰੇਜ਼ ਇਹ ਸਮਝਦੇ ਸੀਗੇ ਕਿ ਸੂਰਜ ਧਰਤੀ ਦੇ ਆਲੇ ਦੁਆਲੇ ਘੁੰਮਦਾ ਹੈ, ਤੇ ਉਹਦੀ ਇਸ ਖੋਜ ਕਰਕੇ ਗੈਲੀਲੀਓ ਨੂੰ ਜੇਲ੍ਹ ਵਿੱਚ ਹੀ ਪਾ ਦਿੱਤਾ ਗਿਆ ਸੀਗਾ। ਸੋ ਦੀ ਡਿਸਕਵਰੀਜ਼ ਆਫ ਗੈਲੀਲੀਓ ਐਂਡ ਨਿਊਟਨ, ਜਿਹਨੇ ਗੁਰੂਤਾ ਸ਼ਕਤੀ ਗ੍ਰੈਵਿਟੀ ਦਾ ਪਤਾ ਕੀਤਾ ਸੀਗਾ, ਗ੍ਰੈਵਿਟੀ ਨੂੰ ਖੋਜਿਆ ਸੀਗਾ, ਚੇਂਜਡ ਦੀ ਵਰਲਡ ਪਿਕਚਰ, ਦੁਨੀਆ ਦੀ ਪੇਸ਼ਕਾਰੀ, ਦੁਨੀਆ ਦਾ ਨਜ਼ਰੀਆ ਬਦਲ ਦਿੱਤਾ। ਗੈਲੀਲੀਓ ਅਤੇ ਨਿਊਟਨ ਦੀਆਂ ਖੋਜਾਂ ਨੇ ਦੁਨੀਆ ਦੀ ਪੇਸ਼ਕਾਰੀ ਬਦਲ ਦਿੱਤੀ। ਅਰਥਾਤ ਜੋ ਦੁਨੀਆ ਦੀ ਪਹਿਲੀ ਵਾਲੀ ਤਸਵੀਰ ਸੀ, ਜਿੱਦਾਂ ਦੁਨੀਆ ਨੂੰ ਦੇਖਿਆ ਜਾਂਦਾ ਸੀ, ਉਹ ਨਜ਼ਰੀਆ ਲੋਕਾਂ ਦਾ ਬਦਲ ਗਿਆ। ਕਦੋਂ? ਗੈਲੀਲੀਓ ਤੇ ਨਿਊਟਨ ਦੀ ਖੋਜਾਂ ਤੋਂ ਬਾਅਦ। ਮੈਨ ਬਿਗਨ ਟੂ ਸਟੱਡੀ, ਮਨੁੱਖ ਨੇ ਫਿਰ ਆਰੰਭਿਆ ਸਟੱਡੀ, ਮੈਨੇ ਪੜ੍ਹਨਾ, ਵਿਚਾਰ ਕਰਨਾ। ਈਚ ਬ੍ਰਾਂਚ, ਹਰੇਕ ਸ਼ਾਖਾ ਆਫ ਸਾਇੰਸ, ਵਿਗਿਆਨ ਦੀ, ਸੈਪਰੇਟਲੀ ਵੱਖਰੇ ਤੌਰ ਤੇ, ਵਿਦ ਗ੍ਰੇਟਰ ਡਿਟੇਲ, ਜ਼ਿਆਦਾ ਵੇਰਵੇ ਦੇ ਨਾਲ, ਐਂਡ ਦੇਅਰ ਡਿਵੈਲਪਡ, ਵਿਕਸਿਤ ਹੋਈਆਂ, ਸੈਵਰਲ, ਕਈ, ਡਿਫਰੈਂਟ, ਵੱਖਰੀਆਂ, ਕਾइंड्स, ਕਿਸਮਾਂ ਆਫ ਸਾਇੰਸਿਸ, ਵਿਗਿਆਨ ਦੀਆਂ ਕਈ ਕਿਸਮਾਂ। ਇਹਦਾ ਮਤਲਬ ਕੀ ਹੋਇਆ? ਮਨੁੱਖ ਨੇ ਵਿਗਿਆਨ ਦੀ ਹਰੇਕ ਸ਼ਾਖਾ ਦਾ ਜ਼ਿਆਦਾ ਵਿਸਤਾਰ ਨਾਲ ਵੱਖਰੇ ਤੌਰ ਤੇ ਅਧਿਐਨ ਆਰੰਭਿਆ। ਠੀਕ ਹੈ, ਹੁਣ ਦੇਖੋ ਬਈ ਸਾਰੇ ਜਿਹੜੇ ਸੈਂਟੈਂਸ ਨੇ ਮੈਂ ਪੰਜਾਬੀ 'ਚ ਵੀ ਲਿਖ ਰਿਹਾ, ਇਹਨਾਂ ਤੁਹਾਡੀ ਪੰਜਾਬੀ ਦੀ ਮੁਹਾਰਤ ਵੀ ਵਧੀਆ ਹੋਏਗੀ ਵੀ ਸੈਂਟੈਂਸ ਕਿਵੇਂ ਬਣਾਉਣੇ ਨੇ। ਹੁਣ ਤੁਸੀਂ ਦੇਖੋ ਕਿੰਨਾ ਸੋਹਣਾ ਇਹਦਾ ਆਪਣਾ ਤੁਸੀਂ ਅਭਿਆਸ ਕਰ ਸਕਦੇ ਹੋ, ਪੰਜਾਬੀ ਟੂ ਅੰਗਰੇਜ਼ੀ, ਮਤਲਬ ਕਿ ਅੰਗਰੇਜ਼ੀ ਟੂ ਪੰਜਾਬੀ ਤੇ ਪੰਜਾਬੀ ਤੋਂ ਅੰਗਰੇਜ਼ੀ। ਠੀਕ ਹੈ, ਹੁਣ ਬਿਗਨ ਟੂ ਸਟੱਡੀ ਮਤਲਬ ਕਿ ਇਹ ਕੀ ਕੀਤਾ? ਅਧਿਐਨ ਆਰੰਭਿਆ। ਈਚ ਬ੍ਰਾਂਚ ਆਫ ਸਾਇੰਸ ਮਤਲਬ ਕਿ ਆ ਗਿਆ ਕਿ ਕਿੱਥੇ? ਇਹ ਵਿਗਿਆਨ ਦੀ ਹਰ ਇੱਕ ਸ਼ਾਖਾ। ਠੀਕ ਹੈ, ਜ਼ਿਆਦਾ ਵਿਸਥਾਰ ਨਾਲ, ਗ੍ਰੇਟਰ ਡਿਟੇਲ, ਐਂਡ ਦੇਅਰ ਡਿਵੈਲਪਡ, ਤੇ ਫਿਰ ਬਹੁਤ ਸਾਰੀਆਂ ਸ਼ਾਖਾਵਾਂ ਵਿਕਸਿਤ ਹੋਈਆਂ, ਡਿਵੈਲਪਡ ਵਿਕਸਿਤ ਹੋਈਆਂ। ਸੈਵਰਲ ਮੈਨੇ ਕਈ, ਬਹੁਤ ਸਾਰੀਆਂ, ਡਿਫਰੈਂਟ, ਕਾइंड्स ਬਹੁਤ ਸਾਰੀਆਂ ਸ਼ਾਖਾਵਾਂ ਵਿਕਸਿਤ ਹੋਈਆਂ। ਸੋ ਇਸ ਦਾ ਬੱਚੋ ਵੱਖ-ਵੱਖ ਸ਼ਬਦ ਤੇ ਸ਼ਬਦਾਂ ਨੂੰ ਜੋੜ ਕੇ ਕਿਵੇਂ ਸੈਂਟੈਂਸ ਬਣਾਉਣੇ ਨੇ, ਇਹਨਾਂ ਲੈਸਨਸ ਰਾਹੀਂ ਤੁਹਾਡੀ ਲੈਸਨ ਦੀ ਵੀ ਪੜ੍ਹਾਈ ਹੋ ਰਹੀ ਹੈ ਤੇ ਨਾਲ ਨਾਲ ਤੁਸੀਂ ਇਹਦਾ ਤਜਰਬਾ, ਇਹਦਾ ਜਿਹੜਾ ਐਕਸਪੀਰੀਅੰਸ ਹੈਗਾ, ਉਹ ਵੀ ਆਪਣੇ ਆਪ 'ਚ ਤੁਸੀਂ ਇਹਨੂੰ ਸਿੱਖਣ ਦੀ ਕੋਸ਼ਿਸ਼ ਕਰੋ ਕਿ ਕਿਵੇਂ ਅਸੀਂ ਪੰਜਾਬੀ ਤੋਂ ਅੰਗਰੇਜ਼ੀ ਤੇ ਅੰਗਰੇਜ਼ੀ ਤੋਂ ਪੰਜਾਬੀ ਦੇ ਜਿਹੜੇ ਟ੍ਰਾਂਸਲੇਸ਼ਨ ਨੇ ਕਿਵੇਂ ਕਰ ਸਕਦੇ ਹਾਂ। ਠੀਕ ਹੈ। ਬੋਸ, ਹਾਊਐਵਰ, ਰੈਕੋਗਨਾਈਜ਼ਡ, ਰੈਕੋਗਨਾਈਜ਼ ਹੁੰਦਾ ਹੈ ਕਿਸੇ ਚੀਜ਼ ਨੂੰ ਪਛਾਣਨਾ, ਕਿਸੇ ਚੀਜ਼ ਨੂੰ ਮਤਲਬ ਕਿ ਸਪੌਟ ਕਰਨਾ, ਦੇਖਣਾ, ਮਹਿਸੂਸ ਕਰਨਾ, ਹੈ ਨਾ। ਹਾਊਐਵਰ ਮੈਨੇ ਹੁੰਦਾ ਹੈ ਪਰ। ਠੀਕ ਹੈ, ਆ ਯੂਨਿਟੀ ਮੈਨੇ ਇਕਸਾਰਤਾ, ਸਮਾਨਤਾ, ਇਕਾਈ, ਅਮੰਗ all these different branches of science। ਪਰ ਬੋਸ ਨੇ ਵਿਗਿਆਨ ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਇਕਸਾਰਤਾ ਨੂੰ ਪਛਾਣਿਆ। ਭਾਵੇਂ ਉਦੋਂ ਜਿਹੜੇ ਸਾਇੰਟਿਸਟ ਸੀਗੇ ਉਹ ਅਲੱਗ-ਅਲੱਗ ਸ਼ਾਖਾਵਾਂ ਦੀ ਵੱਖਰੇ-ਵੱਖਰੇ ਤੌਰ ਤੇ ਅਧਿਐਨ ਕਰ ਰਹੇ ਸੀ, ਸਟੱਡੀ ਕਰ ਰਹੇ ਸੀ, ਪਰ ਬੋਸ ਨੇ ਕਿਹਾ ਨਹੀਂ, ਇਹ ਸਾਰਿਆਂ ਦੇ ਵਿੱਚ, ਸਾਰੀਆਂ ਸ਼ਾਖਾਵਾਂ ਵਿੱਚ ਆਪਸੀ ਕੋਈ ਸਾਂਝ ਹੈਗੀ ਹੈ, ਇਕਸਾਰਤਾ ਹੈਗੀ ਹੈ। He realized that there was a similarity, ਸਮਾਨਤਾ, in the behavior, ਵਰਤਾਰਾ, of lifeless, ਬੇਜਾਨ, ਲਿਵਿੰਗ ਥਿੰਗਸ, ਜਾਨਦਾਰ ਚੀਜ਼ਾਂ। ਉਹਨੇ ਮਹਿਸੂਸ ਕੀਤਾ ਕਿ ਨਿਰਜਿੰਦ, ਲਾਈਫਲੈਸ, ਨਿਰਜਿੰਦ, ਜਾਨ ਤੋਂ ਬਿਨਾਂ, ਐਂਡ ਜਿਉਂਦੀਆਂ ਚੀਜ਼ਾਂ, ਲਿਵਿੰਗ ਥਿੰਗਸ, ਦੇ ਵਰਤਾਅ, ਬਿਹੇਵੀਅਰ ਵਿੱਚ ਕੋਈ ਸਮਾਨਤਾ ਸੀ, ਸਿਮਿਲੈਰਿਟੀ, ਸਮਾਨਤਾ। ਠੀਕ ਹੈ, ਦੇਖੋ ਕਿੰਨੇ ਸਾਰੇ ਸ਼ਬਦ ਬੱਚੋ ਹੈ ਤੁਹਾਨੂੰ ਸਿੱਖਣ ਨੂੰ ਮਿਲ ਰਹੇ ਨੇ, ਇਹ ਸਾਰਿਆਂ ਨੂੰ ਨੋਟ ਕਰੀ ਜਾਓ। ਠੀਕ ਹੈ। ਇਟ ਵਾਸ ਹਾਊਐਵਰ ਨਾਟ ਈਜ਼ੀ ਟੂ ਕਨਵਿੰਸ ਅਦਰਸ, ਕਨਵਿੰਸ ਹੁੰਦਾ ਹੈ ਦੂਜੇ ਨੂੰ ਆਪਣੇ ਗੱਲ ਨੂੰ ਮਨਵਾ ਲੈਣਾ, ਉਹਨੂੰ ਕਹਿੰਦੇ ਕਨਵਿੰਸ ਕਰਨਾ। ਕਹਿੰਦੇ ਹਾਲਾਂਕਿ ਹੋਰਨਾਂ ਨੂੰ ਇਸ ਗੱਲ ਬਾਰੇ ਮਨਵਾਉਣਾ ਸੌਖਾ ਨਹੀਂ ਸੀ। ਇਹ ਵਿਚਾਰ ਤੇ ਸਿਰਫ ਬੋਸ ਦੇ ਸੀਗੇ ਤੇ ਬਾਕੀ ਲੋਕ ਆਪਣੇ ਵਿਚਾਰ ਬਣਾ ਕੇ ਬੈਠੇ ਸੀਗੇ। ਉਹਨਾਂ ਨੂੰ ਮਹਿਸੂਸ ਕੀਤਾ ਬੋਸ ਨੇ ਵੀ ਇਹ ਗੱਲ ਮੈਨੂੰ ਤੇ ਸਮਝ ਆ ਰਹੀ ਹੈ, ਮੈਂ ਮਹਿਸੂਸ ਕਰ ਰਿਹਾ, ਪਰ ਦੂਜਿਆਂ ਨੂੰ ਇਹਦੇ ਬਾਰੇ ਕਨਵਿੰਸ ਕਰਨਾ, ਦੂਜਿਆਂ ਨੂੰ ਮਨਾ ਲੈਣਾ ਇਹ ਸੌਖਾ ਨਹੀਂ ਸੀਗਾ, ਕਿਉਂਕਿ ਇਹ ਨਵੀਂ ਗੱਲ ਸੀ ਇੱਕਦਮ। ਤੇ ਕਿਉਂ ਔਖਾ ਸੀਗਾ? ਕਹਿੰਦੇ ਪੀਪਲ ਹੋਲਡ ਔਨ ਟੂ ਦੇਅਰ ਓਲਡ ਬਿਲੀਫਸ, ਬਿਲੀਫ ਹੁੰਦਾ ਵਿਸ਼ਵਾਸ, ਓਲਡ ਬਿਲੀਫ ਪੁਰਾਣੇ ਵਿਸ਼ਵਾਸ, ਹੋਲਡ ਔਨ ਮੈਨੇ ਫੜ ਕੇ ਰੱਖਦੇ ਨੇ, ਕਾਇਮ ਰਹਿੰਦੇ ਨੇ, ਐਂਡ ਡੂ ਨਾਟ ਲਾਈਕ, ਪਸੰਦ ਨਹੀਂ ਕਰਦੇ, ਟੂ ਚੇਂਜ ਦੈਮ, ਉਹਨਾਂ ਨੂੰ ਬਦਲਣਾ। ਕਿਉਂਕਿ ਆਮ ਮਨੁੱਖ ਦਾ ਸੁਭਾਅ ਕੀ ਹੈ, ਲੋਕ ਆਪਣੇ ਪੁਰਾਣੇ ਖਿਆਲਾਂ ਤੇ ਕਾਇਮ ਰਹਿੰਦੇ ਹਨ ਅਤੇ ਉਹਨਾਂ ਨੂੰ ਬਦਲਣਾ ਨਹੀਂ ਚਾਹੁੰਦੇ, ਇਹ ਕਾਰਨ ਸੀਗਾ। ਤੇ ਬੋਸ ਇੱਕ ਨਵੀਂ ਗੱਲ ਕਰ ਰਿਹਾ ਸੀਗਾ ਤੇ ਕਹਿੰਦੇ ਬੋਸ ਸਜੈਸਟਡ, ਬੋਸ ਨੇ ਸੁਝਾਅ ਦਿੱਤਾ
दैट द एनीमल के जानवर वैजीटेबल बनस्पति एंड मिनरल धातुआं किंगडम मैंने उन्होंने संसार वर वन वो एक ही है एंड हैड अ ग्रेट डील इन कॉमन तो उन्होंने बड़ा कुछ साझा है। कहते बोस ने सुझाव दिता कि जीवां बनस्पति और धातां का संसार एक ही है ਅਤੇ ਉਹਨਾਂ ਵਿੱਚ बहुत कुछ ਸਾਂਝਾ है। वो कहता भी है जानवरों का वनस्पति का ਤੇ धातुआं का बेजान चीज़ों का संसार ਵੱਖਰਾ ਵੱਖਰਾ नहीं हैगा, ਇਹ एक ही चीज़ हैगी है ਤੇ ਇਹਨਾਂ ਵਿੱਚ बहुत कुछ ਸਾਂਝੀ ਗੱਲਾਂ ਹੈਗੀਆਂ ਨੇ। He said that ਉਹਨੇ ਕਿਹਾ कि plants and metals धातु जिदा लोहा हो गया, तांबा हो गया, जिस्त हो गया, ਇਹ धातुआं ने सारियां ਤੇ plants पौधे had a life of their own ਇਹਨਾਂ ਦੀ ਇੱਕ ਆਪਣੀ ਜ਼ਿੰਦਗੀ ਹੈ and could become tired ਤੇ ਕਹਿੰਦੇ ਇਹ ਵੀ ਥੱਕ ਸਕਦੇ ਨੇ, ਡਿਪਰੈਸ ਉਦਾਸ ਹੋ ਸਕਦੇ ਨੇ ਤੇ ਖੁਸ਼ ਹੋ ਸਕਦੇ ਨੇ। ਹੁਣ ਬੜੀ ਅਜੀਬ ਗੱਲ ਸੀ ਵੀ ਲੋਹਾ ਵੀ ਥੱਕ ਸਕਦਾ ਹੈ, ਲੋਹਾ ਉਦਾਸ ਹੋ ਸਕਦਾ ਹੈ, ਹਨਾ, ਧਾਤੂਆਂ ਵੀ ਇਦਾਂ ਹੋ ਸਕਦੀਆਂ। ਉਸਨੇ ਕਿਹਾ ਕਿ ਪੌਦਿਆਂ ਅਤੇ ਧਾਤੂਆਂ ਦੀ ਆਪਣੀ ਹੀ ਇੱਕ ਜ਼ਿੰਦਗੀ ਹੈ ਅਤੇ ਉਹ ਥੱਕ ਸਕਦੇ ਹਨ, ਉਦਾਸ ਹੋ ਸਕਦੇ ਹਨ ਜਾਂ ਖੁਸ਼ ਹੋ ਸਕਦੇ ਹਨ। ਹੁਣ ਪੌਦੇ ਵੀ ਉਦਾਸ ਹੁੰਦੇ ਨੇ, ਪੌਦੇ ਵੀ ਖੁਸ਼ ਹੁੰਦੇ ਨੇ, ਇਹ ਤੇ ਗੱਲ ਬੱਚਿਓ ਸਿੱਧ ਹੋ ਚੁੱਕੀ ਹੈ। ਕਹਿੰਦੇ ਤੁਸੀਂ ਰੋਜ਼ ਬੂਟੇ ਨੂੰ ਜਾ ਕੇ ਉਹਦੇ ਆਲੇ ਦੁਆਲੇ ਗੁੱਸੇ 'ਚ ਰਹੋ, ਉਹਨੂੰ ਗਾਲਾਂ ਕੱਢੋ ਤੇ ਉਹਦਾ ਜਿਹੜਾ ਵਿਕਾਸ ਹੈ ਥੋੜਾ ਘਟ ਜਾਏਗਾ। ਤੇ ਉਹਨੂੰ ਉਹਦੇ ਕੋਲ ਜਾ ਕੇ ਕੀਰਤਨ ਗਾਓ, ਉਹਨੂੰ ਸੰਗੀਤ ਸੁਣਾਓ, ਉਹਨਾਂ ਮਿੱਠੀਆਂ ਪਿਆਰ ਦੀਆਂ ਗੱਲਾਂ ਕਰੋ ਤੇ ਉਹ ਜ਼ਿਆਦਾ ਵਧੇਗਾ। ਇਹ ਗੱਲ ਪਸ਼ੂਆਂ ਦੀ ਵੀ ਹੁੰਦੀ ਹੈ। ਜਿਹੜੇ ਲੋਕ ਕਿਸਾਨ ਆਪਣੇ ਮਤਲਬ ਕਿ ਪਸ਼ੂਆਂ ਨੂੰ ਮਾਰਦੇ ਨੇ, ਕੁੱਟਦੇ ਨੇ, ਗਾਲਾਂ ਕੱਢਦੇ ਨੇ, ਉਹ ਪਸ਼ੂ ਜ਼ਿਆਦਾ ਵਧੀਆ ਨਹੀਂ ਕੰਮ ਕਰਦਾ, ਨਾ ਹੀ ਜ਼ਿਆਦਾ ਦੁੱਧ ਦਿੰਦਾ। ਪਰ ਜਿਹੜੇ ਆਪਣੇ ਪਸ਼ੂ ਦੀ ਸੇਵਾ ਕਰਦੇ ਨੇ, ਉਹਨਾਂ ਨੂੰ ਪਿਆਰ ਨਾਲ ਗੱਲਾਂ ਕਰਦੇ ਨੇ, ਪੁਚਕਾਰਦੇ ਨੇ, ਉਹ ਜ਼ਿਆਦਾ ਉਹਨਾਂ ਦੀ ਸੇਵਾ ਕਰਦੇ ਨੇ ਤੇ ਜ਼ਿਆਦਾ ਦੁੱਧ ਦਿੰਦੇ ਨੇ। ਇਹ ਗੱਲ ਤੇ ਸਿੱਧ ਹੋ ਚੁੱਕੀ ਹੈ। ਪੀਪਲ ਲਾਫਡ ਐਟ ਹਿਮ ਲੋਕਾਂ ਨੇ ਉਸਦਾ ਮਜ਼ਾਕ ਉਡਾਇਆ। ਜਦੋਂ ਉਹਨੇ ਇਹ ਗੱਲਾਂ ਕੀਤੀਆਂ ਤੇ ਲੋਕਾਂ ਨੇ ਟੀਚਰਾਂ ਤੇ ਕਰਨੀਆਂ ਸੀ ਕਿਉਂਕਿ ਇਹ ਬੜੀ ਅਨੋਖੀ ਗੱਲ ਸੀ, ਹਨਾ। ਦੇ ਡਿਡ ਨਾਟ ਟੇਕ ਹਿਮ ਸੀਰੀਅਸਲੀ ਉਹਨਾਂ ਨੇ ਉਸਨੂੰ ਗੰਭੀਰਤਾ ਨਾਲ ਨਹੀਂ ਲਿਆ। ਉਹਨੇ ਕਹਿੰਦੇ ਐਵੇਂ ਜਬਲੀਆਂ ਮਾਰਦਾ ਪਿਆ, ਪਤਾ ਨਹੀਂ ਕਿਹੜੀਆਂ ਗੱਲਾਂ ਨੇ। ਉਹਨਾਂ ਨੇ ਉਹਦੀ ਗੱਲ ਵੱਲ ਤਵੱਜੋ ਨਹੀਂ ਦਿੱਤੀ, ਉਹਦਾ ਮਜ਼ਾਕ ਉਡਾਇਆ ਤੇ ਗੰਭੀਰਤਾ ਦੇ ਨਾਲ ਨਾ ਲਿਆ। ਬੋਸ ਨਿਊ ਹੀ ਵਾਜ਼ ਰਾਈਟ ਬੋਸ ਜਾਣਦਾ ਸੀ ਕਿ ਉਹ ਸਹੀ ਸੀ ਐਂਡ ਹੀ ਪ੍ਰੂਵਡ ਇਟ ਅਤੇ ਉਹਨੇ ਇਹ ਗੱਲ ਸਾਬਤ ਵੀ ਕਰ ਦਿੱਤੀ। ਬੋਸ ਜਾਣਦਾ ਸੀ ਕਿ ਉਹ ਸਹੀ ਸੀ ਅਤੇ ਉਸਨੇ ਇਸ ਗੱਲ ਨੂੰ ਸਾਬਤ ਕੀਤਾ। ਕਿੱਦਾਂ ਕੀਤਾ ਦੇਖੋ ਹੁਣ। ਟੂ ਬਿਗਿਨ ਵਿਦ ਸ਼ੁਰੂ ਵਿੱਚ ਹੀ ਡਿਜ਼ਾਈਨ ਉਹਨੇ ਖਾਕਾ ਬਣਾਇਆ, ਰੂਪ ਰੇਖਾ ਬਣਾਈ, ਪਹਿਲੇ ਡਿਜ਼ਾਈਨਿੰਗ ਕੀਤੀ ਐਂਡ ਬਿਲਟ ਅਤੇ ਬਣਾਈ ਅ ਮਸ਼ੀਨ ਇੱਕ ਯੰਤਰ ਵਿੱਚ ਰਿਕਾਰਡਡ ਜੋ ਕਿ ਰਿਕਾਰਡ ਕਰ ਸਕਦਾ ਸੀ, ਮਤਲਬ ਕਿ ਉਹਨੂੰ ਲਿਪੀਬੱਧ ਕਰ ਸਕਦਾ ਸੀ, ਉਹਨੂੰ ਸਾਂਭ ਸਕਦਾ ਸੀ। ਹਿਸ ਫਾਈਂਡਿੰਗਸ ਮੈਨੇ ਉਹਦੀਆਂ ਲੱਭਤਾਂ ਜਿਹੜੀਆਂ ਸੀਗੀਆਂ ਵਿਦ ਮੈਕਸੀਮਮ ਐਗਜ਼ੈਕਟਨੈਸ ਬੜੀ ਆਪਣੀ ਉਹਦੇ ਨਾਲ ਐਕੂਰੇਸੀ ਦੇ ਨਾਲ। ਇਹ ਗੱਲ ਬੱਚੇ ਇੱਥੇ ਮੈਂ ਲਿਖਣੀ ਭੁੱਲ ਗਿਆ ਅੱਗੇ। ਸ਼ੁਰੂ ਵਿੱਚ ਉਸਨੇ ਰੂਪ ਰੇਖਾ ਤਿਆਰ ਕੀਤੀ ਤੇ ਇੱਕ ਮਸ਼ੀਨ ਬਣਾਈ ਜੋ ਉਸ ਦੀਆਂ ਲੱਭਤਾਂ ਫਾਈਂਡਿੰਗਸ ਹੁੰਦੀਆਂ ਆਬਜ਼ਰਵੇਸ਼ਨਸ, ਉਹਦੀ ਲੱਭਤਾਂ ਨੂੰ ਵਿਦ ਮੈਕਸੀਮਮ ਐਗਜ਼ੈਕਟਨੈਸ ਪੂਰੀ ਦਰੁਸਤੀ ਦੇ ਨਾਲ, ਪੂਰੇ ਮਤਲਬ ਕਿ ਐਕੂਰੇਸੀ ਦੇ ਨਾਲ ਉਹਨਾਂ ਨੂੰ ਸਾਂਭ ਕੇ ਰੱਖ ਸਕਦੀ ਸੀ। ਔਰ ਅਰਥਾਤ ਜਿਹੜੇ ਉਹਨੇ ਡਾਟਾ ਕੱਢੇ, ਜੋ ਲੱਭਤਾਂ ਸੀਗੀਆਂ, ਜੋ ਉਹਨੇ ਮਹਿਸੂਸ ਕੀਤਾ, ਉਹਦੇ ਕੋਲ ਉਹ ਚੀਜ਼ ਰਿਕਾਰਡ ਵਿੱਚ ਸੀਗੀ, ਉਹਨੇ ਉਹਨੂੰ ਸਾਰਾ ਰਿਕਾਰਡ ਕਾਇਮ ਕੀਤਾ। ਠੀਕ ਹੈ, ਇੱਥੇ ਬੱਚਿਓ ਲਿਖਣਾ ਮੈਂ ਭੁੱਲ ਗਿਆ, ਮੈਂ ਤੁਹਾਨੂੰ ਜ਼ੁਬਾਨੀ ਦੱਸ ਦਿੱਤਾ ਕਿ ਵਿਚ ਰਿਕਾਰਡਡ ਹਿਸ ਫਾਈਂਡਿੰਗਸ ਹੁੰਦੀਆਂ ਬੱਚਿਓ ਜੋ ਚੀਜ਼ ਮੈਂ ਕੋਈ ਕਰਕੇ, ਕੋਈ ਐਕਸਪੈਰੀਮੈਂਟ ਕਰਕੇ ਜੋ ਮੈਨੂੰ ਉਹਦਾ ਨਤੀਜਾ ਮਿਲਦਾ ਹੈ, ਜੋ ਸਿੱਟੇ ਨਿਕਲਦੇ ਨੇ, ਉਹ ਸਿੱਟਿਆਂ ਨੂੰ ਉਹਨੇ ਰਿਕਾਰਡ ਕੀਤਾ। ਉਸ ਮਸ਼ੀਨ ਨੇ ਉਹਦਾ ਗ੍ਰਾਫ ਬਣਾਇਆ ਜਾਂ ਉਹਦੇ ਬਾਰੇ ਉਹਨੂੰ ਲਿਪੀਬੱਧ ਕੀਤਾ। ਵਿਦ ਮੈਕਸੀਮਮ ਐਗਜ਼ੈਕਟਨੈਸ ਮਤਲਬ ਪੂਰੀ ਐਕੂਰੇਟ ਦੇ ਨਾਲ, ਪੂਰੀ ਐਕੂਰੇਸੀ ਦੇ ਨਾਲ, ਅਰਥਾਤ ਉਹ ਪੂਰੇ ਦੁਰਸਤ ਸੀਗੇ, ਉਹਨਾਂ ਵਿੱਚ ਕਿਤੇ ਵੀ ਕੋਈ ਗਲਤੀ ਨਹੀਂ ਸੀਗੀ। ਠੀਕ ਹੈ। ਦਿਸ ਵਾਜ਼ ਦੀ ਕ੍ਰੈਸਕੋਗ੍ਰਾਫ ਕਹਿੰਦੇ ਇਹ ਮਸ਼ੀਨ ਉਹੀ ਕ੍ਰੈਸਕੋਗ੍ਰਾਫ ਸੀ ਜਿਹੜੀ ਉਹਨੇ 1900 ਦੀ ਕਾਂਗਰਸ ਆਫ ਸਾਇੰਸ ਪੈਰਿਸ ਵਿਖੇ ਉਹਨੇ ਇਹ ਮਸ਼ੀਨ ਦਿਖਾਈ ਸੀ। ਦਿਸ ਵਾਜ਼ ਦੀ ਕ੍ਰੈਸਕੋਗ੍ਰਾਫ ਦੀ ਅਮੇਜ਼ਿੰਗ ਇੰਸਟਰੂਮੈਂਟ ਉਹ ਹੈਰਾਨਕੁਨ ਯੰਤਰ ਵਿਚ ਰਿਕਾਰਡਸ ਦੀ ਗਰੋਥ ਆਫ ਪਲਾਂਟਸ ਜੋ ਪੌਦਿਆਂ ਦੇ ਵਿਕਾਸ ਨੂੰ, ਪੌਦਿਆਂ ਦੇ ਵਾਧੇ ਨੂੰ ਪੱਕੇ ਤੌਰ ਤੇ ਸਾਂਭਦਾ ਹੈ। ਇਹ ਕ੍ਰੈਸਕੋਗ੍ਰਾਫ ਸੀ ਉਹ ਹੈਰਾਨਕੁਨ ਯੰਤਰ ਜਿਹੜਾ ਪੌਦਿਆਂ ਦੇ ਵਿਕਾਸ ਨੂੰ ਪੱਕੇ ਤੌਰ ਤੇ ਸਾਂਭਦਾ ਹੈ। ਫਿਰ ਕੀ ਕਹਿੰਦੇ ਇਟ ਮੈਗਨੀਫਾਈ ਹੁੰਦਾ ਬੱਚਿਓ ਕਿਸੇ ਚੀਜ਼ ਨੂੰ ਵੱਡਾ ਕਰਨਾ, ਉਹਦੇ ਇਮੇਜ ਨੂੰ, ਉਹਦਾ ਜੋ ਅਕਸ ਹੈ, ਉਹਦਾ ਜੋ ਪ੍ਰਤੀਬਿੰਬ ਹੈ ਉਹਨੂੰ ਵੱਡਾ ਕਰਨਾ। ਜਿਵੇਂ ਸਾਡਾ ਮੈਗਨੀਫਾਈਂਗ ਗਲਾਸ ਨਹੀਂ ਹੁੰਦਾ, ਜਿੱਦਾਂ ਅਸੀਂ ਬਰੀਕ ਅੱਖਰ ਨਹੀਂ ਦਿਖਦੇ ਜਿਹੜੇ ਬੰਦਿਆਂ ਨੂੰ, ਤੇ ਐਨਕ ਲਗਾ ਕੇ ਉਹ ਅੱਖਰ ਮੋਟੇ ਹੋ ਜਾਂਦੇ ਨੇ, ਉਹਨੂੰ ਕੀ ਕਹਿੰਦੇ ਮੈਗਨੀਫਿਕੇਸ਼ਨ, ਛੋਟੇ ਤੋਂ ਸਾਈਜ਼ ਵੱਡਾ ਹੋ ਜਾਣਾ, ਜਿਹਨੂੰ ਅਸੀਂ ਕਹਿੰਦੇ ਜ਼ੂਮ ਇਨ ਕਰਨਾ, ਅਰਥਾਤ ਉਹਨੂੰ ਵੱਡਾ ਕਰ ਦੇਣਾ।
ਸੋ ਇਟ ਮੈਗਨੀਫਾਈਜ਼ ਦੀ ਮੂਵਮੈਂਟ ਆਫ ਪਲਾਂਟ ਟਿਸ਼ੂਜ਼। ਸਾਡੇ ਬੱਚੇ ਸਾਰੇ ਜਿੰਨੇ ਅਸੀਂ ਜੀਵ ਜੰਤੂ ਹੈਗੇ ਆ, ਅਸੀਂ ਸੈਲਸ ਤੋਂ ਬਣੇ ਆ, ਤੇ ਸੈਲਸ ਦੇ ਇਕੱਠ ਨੂੰ ਕਹਿੰਦੇ ਆ ਟਿਸ਼ੂਜ਼, ਜਿਹਨੂੰ ਕਹਿੰਦੇ ਤੰਤੂ। ਤੁਸੀਂ ਆਪਣੇ ਜੀਵ ਵਿਗਿਆਨ ਵਿੱਚ ਪੜ੍ਹਿਆ ਹੋਣਾ, ਤੰਤੂ ਹੁੰਦੇ ਨੇ। ਇਟ ਮੈਗਨੀਫਾਈਜ਼ ਦੀ ਮੂਵਮੈਂਟ ਹਲਚਲ। ਸਾਡੀ ਬਾਡੀ ਅੰਦਰ ਖੂਨ ਵੀ ਚੱਲ ਰਿਹਾ ਹੈ, ਸੈੱਲ ਵੀ ਚੱਲ ਰਹੇ ਨੇ, ਹਰ ਚੀਜ਼ ਦੀ ਮੂਵਮੈਂਟ ਹੈਗੀ ਹੈ, ਹਰਕਤ ਹੈਗੀ ਹੈ। ਆਫ ਪਲਾਂਟ ਟਿਸ਼ੂਜ਼ 10,000 ਟਾਈਮਸ, 10,000 ਗੁਣਾ ਵੱਡਾ। ਐਂਡ ਕੈਨ ਰਿਕਾਰਡ ਦੀ ਰਿਐਕਸ਼ਨ ਦਾ ਪ੍ਰਤੀਕਰਮ ਆਫ ਪਲਾਂਟਸ, ਪੌਦਿਆਂ ਦਾ, ਟੂ ਮੈਨਿਓਰਸ, ਜਿਹੜੀ ਅਸੀਂ ਰੇਹ ਕਹਿ ਦਿੰਦੇ ਆ, ਜਾਂ ਰੂੜੀ ਕਹਿ ਦਿੰਦੇ ਆ, ਜਾਂ ਖਾਦ ਕਹਿ ਦਿੰਦੇ ਆ, ਢੇਰ ਕਹਿ ਦਿੰਦੇ ਆ, ਨੋਇਜ਼ ਰੌਲਾ, ਐਂਡ ਅਦਰ ਸਟਿਮੂਲੀ ਹੁੰਦਾ ਹੈ ਉਕਸਾਹਟ। ਠੀਕ ਹੈ, ਇਹ ਪੌਦਿਆਂ ਦੇ ਤੰਤੂਆਂ ਦੀ ਚਾਲ ਨੂੰ 10,000 ਗੁਣਾ ਵੱਡਾ ਕਰਕੇ ਪੇਸ਼ ਕਰਦਾ ਹੈ, ਬਲਕਿ ਵੱਡਾ ਕਰਕੇ ਮੈਗਨੀਫਾਈ ਕਰਦਾ ਹੈ। ਅਤੇ ਖਾਦ, ਮੈਨਿਓਰਸ, ਰੌਲਾ, ਨੋਇਜ਼ ਅਤੇ ਹੋਰ ਉਕਸਾਹਟਾਂ ਦੇ ਪ੍ਰਤੀ ਪੌਦਿਆਂ ਦੇ ਪ੍ਰਤੀਕਰਮ ਨੂੰ ਲਿਪੀਬੱਧ ਕਰਦਾ ਹੈ। ਮਤਲਬ ਕਿ ਜਦੋਂ ਖਾਦ ਪਾਈ ਤੇ ਉਹਦਾ ਪ੍ਰਤੀਕਰਮ ਕੀ ਹੋਇਆ ਪੌਦੇ ਦਾ, ਉਹ ਗੱਲ ਉਹਨੇ ਕ੍ਰੈਸਕੋਗ੍ਰਾਫ ਨੇ ਰਿਕਾਰਡ ਕਰ ਲਈ ਵੀ ਪੌਦੇ ਨੇ ਇਦਾਂ ਬਿਹੇਵ ਕੀਤਾ। ਫਿਰ ਜਿਹੜੇ ਉਹਦੇ ਆਲੇ ਦੁਆਲੇ ਰੌਲਾ ਪਿਆ ਤੇ ਫਿਰ ਉਹਨੇ ਰਿਕਾਰਡ ਕਰ ਲਿਆ ਕਿ ਪੌਦੇ ਨੇ ਕਿੱਦਾਂ ਬਿਹੇਵ ਕੀਤਾ, ਪੌਦੇ ਦਾ ਵਰਤਾਰਾ ਕਿੱਦਾਂ ਰਿਹਾ। ਠੀਕ ਹੈ, ਤੇ ਸਟਿਮੂਲੀ ਹੁੰਦੀ ਹੈ ਬੱਚੇ ਕੋਈ ਹੋਰ ਉਕਸਾਹਟ, ਉਹਨੂੰ ਜਿਹਦਾ ਪਿਆਰ ਦਿੱਤਾ, ਉਹਨੂੰ ਗਾਲ ਕੱਢੀ, ਜਾਂ ਉਹਦੇ ਆਲੇ ਦੁਆਲੇ ਸੰਗੀਤ ਦਿੱਤਾ, ਜਾਂ ਕੋਈ ਹੋਰ ਉਹਨੂੰ ਉਕਸਾਹਟ ਦਿੱਤੀ, ਹਨੇਰਾ ਕਰ ਦਿੱਤਾ, ਲਾਈਟ ਕੀਤੀ, ਲਾਈਟ ਦਾ ਰੰਗ ਬਦਲ ਦਿੱਤਾ। ਉਹ ਸਾਰੀਆਂ ਜਿਹੜੀ ਸਟਿਮੂਲੀ ਸੀ ਉਹਦੇ ਨਾਲ ਉਹਦਾ ਕੀ ਪ੍ਰਤੀਕਰਮ ਹੁੰਦਾ ਸੀਗਾ, ਇਹ ਕ੍ਰੈਸਕੋਗ੍ਰਾਫ ਉਹ ਸਾਰੀ ਗੱਲਾਂ ਨੂੰ ਰਿਕਾਰਡ ਕਰਦਾ ਸੀ। ਦੀ ਕ੍ਰੈਸਕੋਗ੍ਰਾਫ ਪ੍ਰੂਵਡ, ਉਹਨੇ ਸਿੱਧ ਕਰਤਾ, that Bose had not been wrong। ਕਹਿੰਦੇ ਕ੍ਰੈਸਕੋਗ੍ਰਾਫ ਨੇ ਸਿੱਧ ਕਰਤਾ ਕਿ ਬੋਸ ਗਲਤ ਨਹੀਂ ਸੀ। ਜਿਹੜੀ ਗੱਲਾਂ ਬੋਸ ਨੇ ਕੀਤੀਆਂ ਸੀਗੀਆਂ ਕਿ ਇਹ ਧਾਤੂਆਂ ਦਾ, ਪੌਦਿਆਂ ਦਾ, ਬਨਸਪਤੀ ਦਾ ਆਪਣੀ ਜ਼ਿੰਦਗੀ ਹੈ ਤੇ ਸਾਰਿਆਂ ਵਿੱਚ ਬੜਾ ਕੁਝ ਸਾਂਝਾ ਹੈਗਾ, ਉਹ ਥੱਕ ਸਕਦੇ ਨੇ, ਉਹ ਆਰਾਮ ਕਰਦੇ ਨੇ, ਉਹ ਉਦਾਸ ਹੁੰਦੇ ਨੇ, ਖੁਸ਼ ਹੁੰਦੇ ਨੇ, ਇਹ ਗੱਲਾਂ ਸਾਰੀਆਂ ਸਹੀ ਸਾਬਤ ਹੋਈਆਂ। ਕ੍ਰੈਸਕੋਗ੍ਰਾਫ ਨੇ ਗੱਲ ਸਿੱਧ ਕਰਤੀ ਕਿ ਬੋਸ ਗਲਤ ਨਹੀਂ ਸੀ। ਕਹਿੰਦੇ ਇਟ ਸ਼ੋਡ, ਉਹਨੇ ਇਹ ਗੱਲ ਦਿਖਾਈ ਕ੍ਰੈਸਕੋਗ੍ਰਾਫ ਨੇ, ਕਿ ਪਲਾਂਟਸ ਹੈਵ ਹਾਰਟਸ, ਕਿ ਪੌਦਿਆਂ ਕੋ ਵੀ ਦਿਲ ਹੁੰਦਾ ਹੈ, ਐਂਡ ਆਰ ਕੈਪੇਬਲ ਆਫ ਫੀਲਿੰਗ, ਅਤੇ ਉਹ ਕੁਝ ਮਹਿਸੂਸ ਕਰਨ ਦੇ ਸਮਰੱਥ ਹਨ। ਇਹਨੇ ਦਰਸਾਇਆ ਕਿ ਪੌਦਿਆਂ ਕੋਲ ਦਿਲ ਹੈ ਅਤੇ ਉਹ ਮਹਿਸੂਸ ਕਰਨ ਦੀ ਸਮਰੱਥਾ ਰੱਖਦੇ ਹਨ। ਦੀ ਕ੍ਰੈਸਕੋਗ੍ਰਾਫ ਇੰਡੀਕੇਟਡ, ਕ੍ਰੈਸਕੋਗ੍ਰਾਫ ਨੇ ਇਹ ਵੀ ਸੰਕੇਤ ਦਿੱਤਾ ਕਿ ਪਲਾਂਟਸ ਹੈਵ ਅ ਕੀਨ ਸਾਈਟ, ਸਾਈਟ ਹੁੰਦੀ ਹੈ ਨਿਗਾਹ, ਨਜ਼ਰ, ਕੀਨ ਸਾਈਟ ਹੁੰਦੀ ਹੈ ਬੱਚਿਓ ਤਿੱਖੀ ਨਜ਼ਰ। ਠੀਕ ਹੈ, ਐਂਡ ਰਿਐਕਟ ਟੂ ਰੇਜ਼ ਆਫ ਲਾਈਟ, ਅਤੇ ਜੋ ਸੂਰਜ ਦੀਆਂ ਰੋਸ਼ਨੀ ਦੀ ਕਿਰਨਾਂ ਨੇ ਉਹਦੇ ਪ੍ਰਤੀ ਵੀ ਉਹਨਾਂ ਦਾ ਪ੍ਰਤੀਕਰਮ ਹੁੰਦਾ, ਪ੍ਰਭਾਵਿਤ ਹੁੰਦੀਆਂ ਨੇ। ਐਂਡ ਵਾਇਰਲੈਸ ਵੇਵਸ, ਤੇ ਜਿਹੜੀਆਂ ਬੇਤਾਰ ਕਿਰਨਾਂ ਨੇ ਹਵਾ ਦੇ ਵਿੱਚ, ਉਹਦੇ ਨਾਲ ਵੀ ਇਹ ਪੌਦੇ ਪ੍ਰਭਾਵਿਤ ਹੁੰਦੇ ਨੇ। ਸੋ ਕ੍ਰੈਸਕੋਗ੍ਰਾਫ ਨੇ ਸੰਕੇਤ ਦਿੱਤਾ ਕਿ ਪੌਦਿਆਂ ਕੋਲ ਤਿੱਖੀ ਨਜ਼ਰ ਹੈ ਅਤੇ ਉਹ ਰੋਸ਼ਨੀ ਦੀਆਂ ਕਿਰਨਾਂ ਅਤੇ ਬੇਤਾਰ ਤਰੰਗਾਂ ਤੋਂ ਪ੍ਰਭਾਵਿਤ ਹੁੰਦੇ ਹਨ। ਫਿਰ ਕਹਿੰਦੇ ਦੀ ਮਸ਼ੀਨ ਪ੍ਰੂਵਡ, ਇਸ ਯੰਤਰ ਨੇ, ਇਸ ਮਸ਼ੀਨ ਨੇ ਇਹ ਵੀ ਸਿੱਧ ਕੀਤਾ, ਪਲਾਂਟਸ ਹੈਵ ਅ ਸਪੈਸ਼ਲ ਸੈਂਸ, ਕਿ ਪੌਦਿਆਂ ਕੋਲ ਇੱਕ ਖਾਸ ਗਿਆਨ ਇੰਦਰੀ ਹੈ। ਸਪੈਸ਼ਲ ਸੈਂਸ ਹੁੰਦੀ ਹੈ ਇੰਦਰੀ, ਜਿੱਦਾਂ ਬੱਚੇ ਸਾਡੀ 5 ਇੰਦਰੀਆਂ ਨੇ, ਅੱਖਾਂ, ਗਿਆਨ ਇੰਦਰੀ, ਅੱਖਾਂ ਨਾਲ ਅਸੀਂ ਦੇਖਦੇ ਹਾਂ, ਚਮੜੀ ਨਾਲ ਮਹਿਸੂਸ ਕਰਦੇ ਹਾਂ, ਨੱਕ ਦੇ ਨਾਲ ਸੁੰਘਦੇ ਹਾਂ, ਇਹ ਸੁੰਘਣਾ, ਛੂਹਣਾ, ਚਖਣਾ, ਦੇਖਣਾ, ਸੁਣਨਾ, ਇਹ ਕੀ ਹੈਗੀਆਂ, ਇਹ ਸੈਂਸਿਸ ਨੇ, ਕਹਿੰਦੇ ਇੰਦਰੀਆਂ। ਤੇ ਕਹਿੰਦੇ ਪੌਦਿਆਂ ਕੋਲ ਇੱਕ ਸਪੈਸ਼ਲ ਸੈਂਸ ਹੈਗੀ ਹੈ, ਪੌਦਿਆਂ ਕੋਲ ਇੱਕ ਖਾਸ ਚੇਤਨਤਾ ਹੈਗੀ ਹੈ, ਖਾਸ ਗਿਆਨ ਇੰਦਰੀ ਹੈ, ਵਿਚ ਟੈਲਸ them, ਜੋ ਉਹਨਾਂ ਨੂੰ ਦੱਸਦੀ ਹੈ, ਆਫ ਦੀ ਅਪਰੋਚ ਆਫ ਅ ਸਟ੍ਰੇਂਜਰ, ਕਿ ਉਹਨਾਂ ਦੇ ਲਾਗੇ ਕੋਈ ਅਜਨਬੀ, ਕੋਈ ਅਣਜਾਣ ਬੰਦਾ ਆ ਰਿਹਾ ਹੈ ਜਾਂ ਨਹੀਂ। ਕਹਿੰਦੇ ਮਸ਼ੀਨ ਨੇ ਸਿੱਧ ਕੀਤਾ ਕਿ ਪੌਦਿਆਂ ਕੋਲ ਇੱਕ ਖਾਸ ਗਿਆਨ ਇੰਦਰੀ ਹੈ ਜੋ ਉਹਨਾਂ ਨੂੰ ਕਿਸੇ ਅਜਨਬੀ ਦੇ ਲਾਗੇ ਆਉਣ ਬਾਰੇ ਦੱਸਦੀ ਹੈ। ਕਿ ਕਹਿੰਦੇ ਦੀ ਸਟੋਰੀ ਆਫ ਦਿਸ ਗ੍ਰੇਟ ਸਾਇੰਟਿਸਟ, ਇਸ ਮਹਾਨ ਸਾਇੰਸਦਾਨ ਦੀ ਕਹਾਣੀ, ਵਿਲ ਨਾਟ ਬੀ ਕੰਪਲੀਟ, ਪੂਰੀ ਨਹੀਂ ਹੋਏਗੀ, ਅਰਥਾਤ ਅਧੂਰੀ ਰਹਿ ਜਾਏਗੀ, ਵਿਦਾਊਟ ਸਮ ਮੈਂਸ਼ਨ, ਬਿਨਾਂ ਕੁਝ ਜ਼ਿਕਰ ਕੀਤੇ, ਕਿਸੇ ਗੱਲ ਦਾ ਜ਼ਿਕਰ ਕੀਤੇ, ਆਫ ਹਿਸ ਕੰਸਰਨ, ਉਹਦਾ ਫਿਕਰ, ਕਿਹਦੇ ਬਾਰੇ, ਫॉर ਇੰਡੀਆ ਐਂਡ ਹਰ ਪੀਪਲ, ਆਪਣੇ ਦੇਸ਼ ਅਤੇ ਦੇਸ਼ ਵਾਸੀਆਂ ਦੇ ਪ੍ਰਤੀ ਉਹਦੇ ਮਨ 'ਚ ਜੋ ਚਿੰਤਾ ਫਿਕਰ ਸੀ, ਉਹਦਾ ਜ਼ਿਕਰ ਕੀਤੇ ਬਿਨਾਂ ਇਸ ਮਹਾਨ ਸਾਇੰਸਦਾਨ ਦੀ ਕਹਾਣੀ ਅਧੂਰੀ ਰਹਿ ਜਾਏਗੀ। ਅਰਥਾਤ ਆਪਣੇ ਦੇਸ਼ ਅਤੇ ਉਸਦੇ ਲੋਕਾਂ ਪ੍ਰਤੀ ਉਸਦੇ ਫਿਕਰ ਦਾ ਕੁਝ ਜ਼ਿਕਰ ਕੀਤੇ ਬਿਨਾਂ ਇਸ ਮਹਾਨ ਵਿਗਿਆਨੀ ਦੀ ਕਹਾਣੀ ਅਧੂਰੀ ਰਹਿ ਜਾਏਗੀ। ਫਿਰ ਕੀ ਕਹਿੰਦੇ, ਕਹਿੰਦੇ ਹੀ ਹੈਡ ਅ ਡੀਪ ਫੇਥ, ਫੇਥ ਮੈਨੇ ਵਿਸ਼ਵਾਸ, ਡੀਪ ਫੇਥ ਮੈਨੇ ਡੂੰਘਾ ਵਿਸ਼ਵਾਸ, ਇਨ ਦੀ ਇੰਟੈਲੀਜੈਂਸ, ਇੰਟੈਲੀਜੈਂਸ ਹੁੰਦੀ ਸੂਝ-ਬੂਝ, ਆਫ ਹਿਸ ਕੰਟਰੀਮੈਨ, ਆਪਣੇ ਦੇਸ਼ ਵਾਸੀਆਂ ਦੇ, ਉਸਨੂੰ ਆਪਣੇ ਦੇਸ਼ ਵਾਸੀਆਂ ਦੀ ਸੂਝ-ਬੂਝ ਤੇ ਡੂੰਘਾ ਭਰੋਸਾ ਸੀ। ਬੋਸ ਵਾਸ ਸਰਟਨ, ਬੋਸ ਨੂੰ ਯਕੀਨ ਸੀ, that they were as capable of doing great things today as their ancestors, ancestors ਹੁੰਦੇ ਬੱਚੇ ਪੁਰਖੇ, ਸਾਡੇ ਪੂਰਵਜ,
ਵੱਡੇ ਵਡੇਰੇ had done in the past ਬੀਤੇ ਵਿੱਚ। ਬੋਸ ਨੂੰ ਯਕੀਨ ਸੀ ਕਿ ਉਹ ਅੱਜ ਵੀ ਮਹਾਨ ਕੰਮਾਂ ਲਈ ਉਵੇਂ ਹੀ ਸਮਰੱਥ ਹਨ। ਉਹਦੇ ਦੇਸ਼ ਦੇ ਲੋਕ ਅੱਜ ਵੀ ਉਹੀ ਵੱਡੇ ਮਹਾਨ ਕੰਮ ਕਰ ਸਕਦੇ ਹਨ ਜਿਵੇਂ ਉਹਨਾਂ ਦੇ ਪੁਰਖਿਆਂ ਨੇ ਬੀਤੇ ਵਿੱਚ ਕਰ ਚੁੱਕੇ ਹਨ। ਜਿਵੇਂ ਸਾਡੇ ਮਹਾਨ ਵੱਡੇ ਵਡੇਰਿਆਂ ਨੇ ਮਹਾਨ ਕੰਮ ਕੀਤੇ ਨੇ, ਅਸੀਂ ਵੀ ਅੱਜ ਉਹ ਵਾਲੇ ਕੰਮ ਕਰ ਸਕਦੇ ਹਾਂ। ਇਸ ਗੱਲ ਦਾ ਬੋਸ ਨੂੰ ਪੂਰਾ ਯਕੀਨ ਸੀ। ਫਿਰ ਕੀ ਕਹਿੰਦੇ, ਇਨ ਐਨ ਐਡਰੈਸ। ਹੁਣ ਐਡਰੈਸ ਦੇ ਵਿੱਚ ਦੋ ਮਤਲਬ ਹੁੰਦੇ ਨੇ। ਇੱਕ ਤੇ ਐਡਰੈਸ ਹੁੰਦਾ ਸਰਨਾਮਾ, ਜਿਹਦਾ ਕਹਿੰਦੇ ਵੀ ਪੋਸਟਲ ਐਡਰੈਸ, ਜਿੱਥੇ ਸਾਡੀ ਚਿੱਠੀ ਆਉਂਦੀ ਹੈ। ਅਸੀਂ ਕਹਿੰਦੇ ਆਪਣਾ ਘਰ ਦਾ ਪਤਾ ਦੱਸੋ, ਪਤਾ ਜਿਹਨੂੰ ਕਹਿੰਦੇ ਉਹਨੂੰ ਕਹਿੰਦੇ ਐਡਰੈਸ। ਇੱਕ ਹੁੰਦਾ ਬੱਚੇ ਐਡਰੈਸ ਦਾ ਹੋਰ ਮਤਲਬ ਸੰਬੋਧਨ, ਕੋਈ ਸਪੀਚ ਦੇਵੇ, ਉਹਦਾ ਕਿਸੇ ਨੂੰ ਸੰਬੋਧਨ ਕਰੇ, ਅਸੀਂ ਉਸ ਸੰਬੋਧਨ ਨੂੰ ਕਹਿੰਦੇ ਆ ਐਡਰੈਸ। ਕਹਿੰਦੇ ਇਨ ਐਨ ਐਡਰੈਸ ਐਟ ਅ ਕਨਵੋਕੇਸ਼ਨ। ਕਨਵੋਕੇਸ਼ਨ ਹੁੰਦਾ ਸਮਾਗਮ। ਕਹਿੰਦਾ ਸਮਾਗਮ ਯੂਨੀਵਰਸਿਟੀ ਆਫ ਮਾਈਸੋਰ ਇਨ ਨਵੰਬਰ 1927। ਨਵੰਬਰ 1927 ਵਿੱਚ ਮੈਸੂਰ ਯੂਨੀਵਰਸਿਟੀ ਵਿੱਚ ਇੱਕ ਸਮਾਗਮ ਹੋਇਆ ਤੇ ਉਹਦੇ ਵਿੱਚ ਸੰਬੋਧਿਤ ਕੀਤਾ ਇਹਨਾਂ ਨੇ ਜਗਦੀਸ਼ ਚੰਦਰ ਬੋਸ ਨੇ। ਤੇ ਆਪਣੇ ਸੰਬੋਧਨ ਵਿੱਚ ਕੀ ਕੀਤਾ, ਸਰ ਜਗਦੀਸ਼ ਚੰਦਰ ਬੋਸ ਸਪੋਕ, ਬੋਲੇ ਅਬਾਊਟ ਇੰਡੀਆਜ਼ ਗਲੋਰੀ, ਇੰਡੀਆ ਦੀ ਭਾਰਤ ਦੀ ਸ਼ਾਨ ਬਾਰੇ, ਇਨ ਦੀ ਪਾਸਟ ਬੀਤੇ ਵਿੱਚ, ਐਂਡ ਡਿਕਲੇਅਰਡ, ਡਿਕਲੇਅਰ ਮੈਨੇ ਐਲਾਨ ਕਰਨਾ, ਡਿਕਲੇਅਰਡ ਮੈਨੇ ਐਲਾਨ ਕੀਤਾ, that it was action, ਕੀ ਐਲਾਨ ਕੀਤਾ ਕਿ ਇਹ ਉਦਮ ਹੈ, ਐਕਸ਼ਨ ਹਰਕਤ, and not idleness, idleness ਹੁੰਦਾ ਵਿਹਲਾਪਨ, that was responsible for that glory, ਉਹ ਜਿਹੜੀ ਸ਼ਾਨ ਸੀ ਬੀਤੇ ਵਿੱਚ, ਉਹ ਬੈਠੇ ਬਿਠਾਏ ਆਲਸ ਦੇ ਨਾਲ ਵਿਹਲੇਪਨ ਨਾਲ ਨਹੀਂ ਆਈ ਸੀ, ਉਹ ਲੋਕਾਂ ਨੇ ਮੁਸ਼ੱਕਤ ਕੀਤੀ ਸੀ, ਮਿਹਨਤ ਕੀਤੀ ਸੀ, ਤਾਂ ਉਹ ਸ਼ਾਨ ਆਈ ਸੀ। ਸੋ ਇਹਦਾ ਪੂਰੇ ਲਾਈਨ ਦਾ ਮਤਲਬ ਕੀ ਹੋਇਆ, ਨਵੰਬਰ 1927 ਵਿੱਚ ਮੈਸੂਰ ਯੂਨੀਵਰਸਿਟੀ ਦੇ ਸਮਾਗਮ ਦੌਰਾਨ ਆਪਣੇ ਇੱਕ ਸੰਬੋਧਨ ਵਿੱਚ ਉਹਨਾਂ ਨੇ ਬੀਤੇ ਵਿੱਚ ਭਾਰਤ ਦੀ ਸ਼ਾਨ ਬਾਰੇ ਗੱਲ ਕੀਤੀ ਅਤੇ ਐਲਾਨ ਕੀਤਾ ਕਿ ਉਹ ਸ਼ਾਨ ਉਦਮ ਕਰਕੇ ਸੀ, ਨਾ ਕਿ ਵਿਹਲੇਪਨ ਕਰਕੇ। ਠੀਕ ਹੈ, ਅੱਗੇ ਚਲੀਏ। ਕਹਿੰਦੇ he believed that, ਉਹਨਾਂ ਨੂੰ ਇਹ ਵਿਸ਼ਵਾਸ ਸੀ, there could be no happiness, ਕਿ ਖੁਸ਼ੀ ਨਹੀਂ ਹੋ ਸਕਦੀ for a single person, ਇੱਕ ਪਰਸਨ ਦੀ, ਇੱਕ ਬੰਦੇ ਦੀ ਖੁਸ਼ੀ ਕੋਈ ਮਾਇਨੇ ਨਹੀਂ ਰੱਖਦੀ, unless it had been one for all, ਜਦੋਂ ਤੱਕ ਇਹ ਖੁਸ਼ੀ ਸਾਰਿਆਂ ਲਈ ਪ੍ਰਾਪਤ ਨਾ ਕਰ ਲਈ ਜਾਵੇ। ਠੀਕ ਹੈ, ਉਹਨਾਂ ਦਾ ਵਿਸ਼ਵਾਸ ਸੀ ਕਿ ਜਦੋਂ ਤੱਕ ਖੁਸ਼ੀ ਸਾਰਿਆਂ ਲਈ ਹਾਸਲ ਨਾ ਕਰ ਦਿੱਤੀ ਜਾਏ, ਤਦੋਂ ਤੱਕ ਕਿਸੇ ਇੱਕ ਮਨੁੱਖ ਲਈ ਖੁਸ਼ੀ ਦਾ ਕੋਈ ਮਾਇਨਾ ਨਹੀਂ। ਹੁਣ ਦੇਖੋ ਬੱਚੋ, ਸਾਡੇ ਦੇਸ਼ ਵਿੱਚ ਇਕੱਲੇ ਅਡਾਨੀ ਅੰਬਾਨੀ ਦੋ ਜਾਣੇ ਬੜੇ ਅਮੀਰ ਹੋ ਜਾਣ, ਸਾਰੀ ਦੌਲਤ ਉਹਨਾਂ ਕੋਲ ਹੀ ਆ ਜਾਏ, ਤੇ ਫਿਰ ਬਾਕੀ ਲੋਕ ਉਹਨਾਂ ਨੂੰ ਅਮੀਰ ਬਣਾ ਕੇ, ਉਹਨਾਂ ਨੂੰ ਖੁਸ਼ ਕਰਕੇ, ਤੇ ਇਸ ਤਰ੍ਹਾਂ ਦੇਸ਼ ਦੀ ਤਰੱਕੀ ਨਹੀਂ ਹੋ ਸਕਦੀ। ਸੋ ਉਸ ਤਰੱਕੀ ਦਾ ਵੀ ਜਿਹੜੀ ਸਿਰਫ ਇੱਕ ਦੋ ਬੰਦਿਆਂ ਦੀ ਤਰੱਕੀ ਹੋਵੇ, ਉਹ ਤਰੱਕੀ ਨੂੰ ਦੇਸ਼ ਦੀ ਤਰੱਕੀ ਨਹੀਂ ਕਿਹਾ ਜਾ ਸਕਦਾ। ਬਾਕੀ ਲੋਕ ਭੁੱਖੇ ਮਰਦੇ ਹੋਣ, ਉਹਨਾਂ ਨੂੰ ਪੀਣ ਲਈ ਪਾਣੀ ਵੀ ਨਾ ਹੋਵੇ, ਹਨਾ, ਮਤਲਬ ਕਿ ਸਰਕਾਰੀ ਹਸਪਤਾਲ ਵੀ ਨਾ ਹੋਣ, ਸਰਕਾਰੀ ਚੱਜ ਦੇ ਸਕੂਲ ਵੀ ਨਾ ਹੋਣ, ਉਹ ਸਾਰੇ ਕੰਮਾਂ ਨੂੰ ਤਹਿਸ ਨਹਿਸ ਕਰ ਦਿੱਤਾ ਜਾਵੇ ਤੇ ਸਾਰੀ ਚੀਜ਼ਾਂ ਨੂੰ ਅਸੀਂ ਪ੍ਰਾਈਵੇਟ ਹੱਥਾਂ ਵਿੱਚ ਦਿੱਤਾ ਜਾਵੇ। ਹੁਣ ਦੇਖੋ ਨਾ ਬੱਚਿਓ, ਤੁਸੀਂ ਆਪ ਹੀ ਦੇਖੋ ਅੱਜ ਹਿੰਦੁਸਤਾਨ ਵਿੱਚ ਕੀ ਹੋ ਰਿਹਾ। ਤੇ ਉਸ ਵੇਲੇ ਜਿਹੜੇ ਸਾਡੇ ਲੀਡਰ ਸੀ ਪੁਰਾਣੇ, ਸਾਡੇ ਸ਼ਹੀਦ ਸੀਗੇ, ਜਿਨ੍ਹਾਂ ਨੇ ਜੰਗਾਂ ਲੜੀਆਂ ਤੇ ਜਿਨ੍ਹਾਂ ਨੇ ਆਪਣਾ ਦੇਸ਼ ਦੀ ਆਜ਼ਾਦੀ ਲਈ ਇੰਨੀ ਮੁਸ਼ੱਕਤ ਕੀਤੀ, ਫਾਂਸੀਆਂ ਦੇ ਫੰਦੇ ਆਪਣੇ ਗਲਾਂ ਵਿੱਚ ਪਵਾਏ, ਕਾਲੇ ਪਾਣੀ ਦੀ ਸਜ਼ਾ ਕੱਟੀ, ਹਨਾ, ਤੇ ਉਹਨਾਂ ਨੇ ਇਹ ਦੇਖਣ ਲਈ ਥੋੜ੍ਹੀ ਕੀਤਾ ਸੀ ਕਿ ਸਾਰਾ ਕੁਝ ਵੇਚ ਬਚਾ ਕੇ ਤੁਸੀਂ ਇੱਕ ਦੋ ਕਾਰਪੋਰੇਟ ਘਰਾਣਿਆਂ ਨੂੰ ਦੇ ਦਿਓ, ਸੋ ਉਹਨਾਂ ਨੂੰ ਖੁਸ਼ ਕਰ ਦਿਓ ਤੇ ਬਾਕੀ ਸਾਰਿਆਂ ਨੂੰ ਉਜਾੜ ਕੇ ਰੱਖ ਦਿਓ। ਤੇ ਦੇਖੋ ਬੋਸ ਜਿਹੜੇ ਸੀ ਉਸ ਵੇਲੇ ਵੀ ਉਹਨਾਂ ਨੇ ਇਹ ਗੱਲ ਕਹੀ ਵੀ ਇੱਕ ਬੰਦੇ ਦੀ ਖੁਸ਼ੀ, ਇੱਕ ਦੋ ਬੰਦਿਆਂ ਦੀ ਖੁਸ਼ੀ ਕੋਈ ਮਾਇਨੇ ਨਹੀਂ ਰੱਖਦੀ ਜਦ ਤੱਕ ਸਾਰਿਆਂ ਦੀ ਖੁਸ਼ੀ ਪ੍ਰਾਪਤ ਨਾ ਹੋ ਜਾਏ। ਸੋ ਇਹ ਜਿਹੜੀ ਵੈਲਥ ਹੈਗੀ ਹੈ, ਤਰੱਕੀ ਪੂਰੇ ਸਮਾਜ ਦੀ ਸਾਂਝੇ ਤੌਰ ਤੇ ਹੋਣੀ ਚਾਹੀਦੀ ਹੈ, ਨਾ ਕਿ ਇੱਕ ਦੋ ਘਰਾਣਿਆਂ ਦੀ ਹੋਣੀ ਚਾਹੀਦੀ ਹੈ। ਸੋ ਦੇਖੋ ਇਹ ਗੱਲਾਂ ਮਤਲਬ ਕਿ ਬਿਲਕੁਲ ਸਾਰਥਕ ਹੋ ਰਹੀਆਂ। ਉਸ ਵੇਲੇ ਆਜ਼ਾਦੀ ਤੋਂ ਪਹਿਲੇ ਜਿਹੜੇ ਸਾਡੇ ਵਿਦਵਾਨ ਸੀ, ਸਾਡੇ ਸਾਇੰਸਦਾਨ ਸੀ, ਜਾਂ ਸਾਡੇ ਜਿਹੜੇ ਯੋਧੇ ਸੀਗੇ, ਜਾਂ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ 'ਚ ਹਿੱਸਾ ਪਾਇਆ, ਉਹਨਾਂ ਦਾ ਇੰਡੀਆ ਦੇ ਪ੍ਰਤੀ, ਇੰਡੀਆ ਦੇ ਬਾਰੇ ਸੁਪਨਾ ਕੀ ਸੀਗਾ, ਤੇ ਅੱਜ ਸਾਡੇ ਸਿਆਸਤਦਾਨ ਇੰਡੀਆ ਨੂੰ ਕਿੱਥੇ ਲੈ ਕੇ ਜਾ ਰਹੇ ਨੇ, ਤੁਸੀਂ ਆਪਣੇ ਆਪ ਦੇਖ ਲਵੋ। ਐਂਡ ਦਿਸ ਗ੍ਰੇਟ ਸਾਇੰਟਿਸਟ, ਤੇ ਇਹ ਜਿਹੜਾ ਮਹਾਨ ਵਿਗਿਆਨੀ ਸੀ, ਵਾਂਟਡ ਹਿਸ ਕੰਟਰੀਮੈਨ, ਆਪਣੇ ਦੇਸ਼ ਵਾਸੀਆਂ ਦੇ ਪ੍ਰਤੀ ਇਹ ਚਾਹੁੰਦਾ ਸੀ, ਟੂ ਹੈਵ ਅਨਡਾਈਂਗ, ਅਨਡਾਈਂਗ ਦਾ ਮਤਲਬ ਅਖਰੀ ਅਰਥ ਹੈ ਨਾ ਜੋ ਕਦੀ ਨਾ ਮਰੇ, ਅਰਥਾਤ ਅਟਲ, ਸਦੀਵੀ, ਹੋਪ ਮੈਨੇ ਆਸ, ਫੇਥ ਮੈਨੇ ਵਿਸ਼ਵਾਸ, ਇਨ ਦੀ ਫਿਊਚਰ, ਅਤੇ ਇਹ ਮਹਾਨ ਵਿਗਿਆਨੀ ਚਾਹੁੰਦਾ ਸੀ ਕਿ ਉਸਦੇ ਦੇਸ਼ ਵਾਸੀ ਭਵਿੱਖ ਲਈ ਪੱਕੀ ਆਸ ਅਤੇ ਭਰੋਸਾ ਰੱਖਣ। ਕੋਈ ਗੱਲ ਨਹੀਂ, ਸੰਘਰਸ਼ ਕਰਨਾ ਪੈ ਰਿਹਾ, ਮਿਹਨਤ ਕਰਨੀ ਪੈ ਰਹੀ ਹੈ, ਪਰ ਭਵਿੱਖ ਦੇ ਪ੍ਰਤੀ ਹਮੇਸ਼ਾ ਸਾਨੂੰ ਆਸਵੰਦ ਰਹਿਣਾ ਚਾਹੀਦਾ ਹੈ ਤੇ ਪੱਕਾ ਯਕੀਨ ਰੱਖਣਾ ਚਾਹੀਦਾ ਹੈ, ਤੇ ਪਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਜਿਹੜੇ ਭ੍ਰਿਸ਼ਟ ਤੇ ਲਾਲਚੀ ਜਿਹੜੇ ਸਿਆਸਤਦਾਨ ਨੇ ਤੇ ਕਾਰਪੋਰੇਟ ਘਰਾਣੇ ਨੇ, ਪਰਮਾਤਮਾ ਉਹਨਾਂ ਨੂੰ ਸੁਬੁੱਧ ਬਖਸ਼ੇ, ਤੇ ਜਿਹੜੇ ਆਪਣੇ ਦੇਸ਼ ਵਾਸੀ ਨੇ ਉਹਨਾਂ ਨੂੰ ਹੌਸਲਾ ਬਖਸ਼ੇ, ਤਾਕਤ ਬਖਸ਼ੇ, ਨਿਡਰਤਾ ਬਖਸ਼ੇ,
ਤੇ ਤਾਕਤ ਦੇ ਨਾਲ ਆਪਣਾ ਸੰਘਰਸ਼ ਜਿਹੜਾ ਹੈ ਉਹ ਅੱਗੇ ਲੈ ਕੇ ਜਾਣ ਤੇ ਜਿੱਤ ਪ੍ਰਾਪਤ ਕਰਨ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਤੁਹਾਡਾ ਲੈਸਨ ਸੈਕਿੰਡ ਜਿਹਦਾ ਸਿਰਲੇਖ ਸੀ ਪਲਾਂਟਸ ਆਲਸੋ ਬਰੀਥ ਐਂਡ ਫੀਲ। ਰੀਡਿੰਗ ਐਂਡ ਟਰਾਂਸਲੇਸ਼ਨ ਇਸ ਲੈਸਨ ਦੀ ਇਸ ਵੀਡੀਓ ਨਾਲ ਖਤਮ ਹੁੰਦੀ ਹੈ। ਅਗਲੇ ਵੀਡੀਓਜ਼ ਵਿੱਚ ਇਸੇ ਲੈਸਨ ਦੇ ਜੋ ਕੰਪਰੀਹੈਂਸ਼ਨਸ, ਗ੍ਰਾਮਰ, ਵੋਕੈਬਲਰੀ ਉਹ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਤਦ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।